ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਨੇ। ਕਈ ਜਗ੍ਹਾ ਸੈਂਕੜੇ ਨੂੰ ਛੂ ਚੁੱਕੀਆਂ ਨੇ ਤੇ ਕਈ ਜਗ੍ਹਾ ਸੈਂਕੜੇ ਤੋਂ ਵੀ ਅੱਗੇ ਲੰਘ ਚੁੱਕੀਆਂ ਨੇ। नौबत आ गई है भी तेल लैन दे हुण केंद्र सरकार नूं लोन की मंग भी की जा रही है। ਜਦੋਂ ਪਾਣੀ ਸਿਰ ਤੋਂ ਗੁਜ਼ਰ ਜਾਏ ਔਰ ਜੇਬ ਖਾਲੀ ਹੋ ਜਾਏ ਤਾਂ ਫਿਰ ਇਹੋ ਜਿਹੀਆਂ ਮੰਗਾਂ ਹੀ ਉੱਠਦੀਆਂ। ਅਸੀਂ ਮਾਲਿਆ ਨਹੀਂ, ਅਸੀਂ ਨੀਰਵ ਮੋਦੀ ਨਹੀਂ, ਅਸੀਂ ਦੇਸ਼ ਛੱਡ ਕੇ ਨਹੀਂ ਦੌੜਾਂਗੇ। ਅਸੀਂ ਤੁਹਾਡਾ ਲੋਨ ਵਾਪਸ ਕਰਾਂਗੇ ਪਰ ਸਾਨੂੰ ਕੁਝ ਮਹੀਨੇ ਲਈ ਰਾਹਤ ਦਿਓ। ਇਹ ਸਰਕਾਰ ਬਹੁਮਤ ਦੇ ਘਮੰਡ ਵਿੱਚ ਹੈ। ਜਦੋਂ ਆਦਮੀ ਨੂੰ ਕਿਸੇ ਚੀਜ਼ ਦਾ ਨਸ਼ਾ ਹੋ ਜਾਂਦਾ ਹੈ ਉਹ ਨਸ਼ਾ ਉਹਨੂੰ ਲੈ ਡੁੱਬਦਾ ਹੈ। ਇਹ ਸਰਕਾਰ ਨੂੰ ਵੀ ਇਸ ਗੱਲ ਦਾ ਅੱਜ ਨਸ਼ਾ ਚੜਿਆ ਹੋਇਆ ਕਿ ਸਾਡੇ ਕੋਲ ਪਾਰਲੀਮੈਂਟ 'ਚ ਇੰਨਾ ਵੱਡਾ ਸਾਡੇ ਕੋਲ ਸਮਰਥਨ ਹੈ ਕਿ ਨਾ ਵਿਪਕਸ਼, ਨਾ ਕੋਈ ਦੇਸ਼ ਦੀ ਜਨਤਾ, ਨਾ ਕੋਈ ਦੇਸ਼ ਦਾ ਨੌਜਵਾਨ ਸਾਡਾ ਕੁਝ ਵਿਗਾੜ ਸਕੇਗਾ। ਤੁਹਾਨੂੰ ਲੱਗਦਾ ਨਹੀਂ ਦਿੱਲੀ ਦੀਆਂ ਬਰੂਹਾਂ ਤੇ ਕ੍ਰਾਂਤੀ ਆਲਰੇਡੀ ਸ਼ੁਰੂ ਹੋ ਚੁੱਕੀ ਹੈ? 7 ਮਹੀਨੇ ਹੋ ਚੁੱਕੇ ਨੇ ਜਿਹੜੇ ਕਿਸਾਨ ਬੈਠੇ ਹੋਏ ਨੇ ਉਹਨਾਂ ਨੇ ਤੁਸੀਂ ਕਹਿ ਲਓ ਵੀ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਦੁਨੀਆ ਦਾ ਇਤਿਹਾਸ ਹੈ ਜਿਸ ਵੀ ਦੇਸ਼ ਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਪੰਗਾ ਲਿਆ ਉਹ ਸਰਕਾਰ ਕਦੇ ਰਹੀ नहीं और हिंदुस्तान की सरकार भी नहीं रहेगी। एक किसान आंदोलन इस सरकार दी जड़ा हिला देगा। लेकिन एक बात का भी अफसोस है कि जब हम कोई भी पेट्रोल पंप पर पेट्रोल डीजल डलवाने जाते हैं तो एक आदमी की फ़ोटो लगी होती है और वो देखकर हमें हंस रहा होता है, और वो इसलिए हंस रहा होता है कि वो हमारी जेब को कटता हुआ देखकर हंस रहा होता है। लेकिन कब तक? हमारा सवाल यही है। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਨੇ। ਕਈ ਜਗ੍ਹਾ ਸੈਂਕੜੇ ਨੂੰ ਛੂ ਚੁੱਕੀਆਂ ਨੇ ਤੇ ਕਈ ਜਗ੍ਹਾ ਸੈਂਕੜੇ ਤੋਂ ਵੀ ਅੱਗੇ ਲੰਘ ਚੁੱਕੀਆਂ ਨੇ। ਦ ਖਬਰਸਾਰ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਤੇਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਤੋਂ ਪਰੇਸ਼ਾਨ ਆਮ ਲੋਕ ਵੀ ਨੇ ਤੇ ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਇੱਕ ਮੰਗ ਕੀਤੀ ਜਾ ਰਹੀ ਹੈ। ਤੁਸੀਂ ਹੱਥਾਂ ਦੇ ਵਿੱਚ ਪੋਸਟਰ ਵੀ ਦੇਖ ਰਹੇ ਹੋ। ਕਿਹਾ ਜਾ ਰਿਹਾ ਤੇਲ के दाम कम करो वरना लोन दो। या तो केंद्र सरकार तेल दियां कीमतां नूं घट करे, जे नहीं करना तो पेट्रोल डीजल खरीदण दे लई आम लोकां नूं लोन मुहैया करवाया जावे। चंडीगढ़ यूथ कांग्रेस के कारकुन खड़े ने। चंडीगढ़ कांग्रेस के प्रधान सुभाष चावला जी भी नाल ने। गलबात करांगे। चावला साहब, अज लोन की नौबत आ गई है भी तेल ਲੈਣ ਲਈ ਹੁਣ ਕੇਂਦਰ ਸਰਕਾਰ ਨੂੰ ਲੋਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਜਦੋਂ ਪਾਣੀ ਸਿਰ ਤੋਂ ਗੁਜ਼ਰ ਜਾਏ ਔਰ ਜੇਬ ਖਾਲੀ ਹੋ ਜਾਏ ਤਾਂ ਫਿਰ ਇਹੋ ਜਿਹੀਆਂ ਮੰਗਾਂ ਹੀ ਉੱਠਦੀਆਂ। ਅੱਜ ਦੇਸ਼ ਦਾ ਨੌਜਵਾਨ ਜਿਹੜਾ ਹੈ ਉਹਦੀ ਜੇਬ ਖਾਲੀ ਹੋ ਚੁੱਕੀ ਹੈ। ਅੱਜ ਉਹਦੇ ਕੋਲ ਇੰਨੇ ਵੀ ਪੈਸੇ ਨਹੀਂ ਹੈ ਕਿ ਜਾ ਕੇ ਉਹਨੇ ਸਰਕਾਰੀ ਨੌਕਰੀ ਕਰਨ ਜਾਣਾ ਹੈ ਜਾਂ ਦਫ਼ਤਰ ਜਾਣਾ ਹੈ ਜਾਂ ਕਾਲਜ ਜਾਣਾ ਹੈ, ਉਹਦੇ ਲਈ ਪੈਟਰੋਲ ਪਵਾਇਆ ਜਾਵੇ, ਉਹਦੇ ਲਈ ਪੈਸੇ ਵੀ ਨਹੀਂ। ਮਜਬੂਰ ਹੋ ਕੇ ਅੱਜ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਲੋਨ ਦਿਓ, ਅਸੀਂ ਵਾਪਸ ਕਰਾਂਗੇ। ਅਸੀਂ ਮਾਲਿਆ ਨਹੀਂ, ਅਸੀਂ ਨੀਰਵ ਮੋਦੀ ਨਹੀਂ, ਅਸੀਂ ਦੇਸ਼ ਛੱਡ ਕੇ ਨਹੀਂ ਦੌੜਾਂਗੇ। ਅਸੀਂ ਤੁਹਾਡਾ ਲੋਨ ਵਾਪਸ ਕਰਾਂਗੇ ਪਰ ਸਾਨੂੰ ਕੁਝ ਮਹੀਨੇ ਲਈ ਰਾਹਤ ਦਿਓ ਕਿ ਸਾਨੂੰ ਲੋਨ ਦੇ ਦਿਓ, ਅਸੀਂ ਤਾਂ ਕਿ ਆਪਣਾ ਰੋਜ਼ਮर्रे ਦੇ ਪੈਟਰੋਲ ਡੀਜ਼ਲ ਕਰਵਾ ਸਕੀਏ। ਲੇਕਿਨ ਮੈਨੂੰ ਲੱਗਦਾ ਨਹੀਂ ਵੀ ਕੇਂਦਰ ਸਰਕਾਰ ਨੇ ਇੱਦਾਂ ਦੀ ਕੋਈ ਵੀ ਮੰਗ, ਕਿਉਂਕਿ ਲੋਨ ਤਾਂ NPA ਉਹਨਾਂ ਦੇ ਮਾਫ ਕੀਤੇ ਜਾਂਦੇ ਨੇ ਜਿਹੜੇ ਵੱਡੇ ਧਨਾੜ ਹੋਣ, ਮਾਲਿਆ ਵਰਗੇ ਹੋਣ, ਨੀਰਵ ਮੋਦੀ ਵਰਗੇ ਹੋਣ, ਉਹਨਾਂ ਦੇ ਤਾਂ ਲੋਨ ਵੀ ਮਾਫ ਹੁੰਦੇ ਨੇ। ਆਮ ਲੋਕਾਂ ਦੇ ਤਾਂ ਲੋਨ ਵੀ ਮਾਫ ਨਹੀਂ ਹੁੰਦੇ। ਇਹ ਸਰਕਾਰ ਬਹੁਮਤ ਦੇ ਘਮੰਡ ਵਿੱਚ ਹੈ। ਜਦੋਂ ਆਦਮੀ ਨੂੰ ਕਿਸੇ ਚੀਜ਼ ਦਾ ਨਸ਼ਾ ਹੋ ਜਾਂਦਾ ਹੈ ਉਹ ਨਸ਼ਾ ਉਹਨੂੰ ਲੈ ਡੁੱਬਦਾ ਹੈ। ਇਹ ਸਰਕਾਰ ਨੂੰ ਵੀ ਇਸ ਗੱਲ ਦਾ ਅੱਜ ਨਸ਼ਾ ਚੜਿਆ ਹੋਇਆ ਕਿ ਸਾਡੇ ਕੋਲ ਪਾਰਲੀਮੈਂਟ 'ਚ ਇੰਨਾ ਵੱਡਾ ਸਾਡੇ ਕੋਲ ਸਮਰਥਨ ਹੈ ਕਿ ਨਾ ਵਿਪਕਸ਼, ਨਾ ਕੋਈ ਦੇਸ਼ ਦੀ ਜਨਤਾ, ਨਾ ਕੋਈ ਦੇਸ਼ ਦਾ ਨੌਜਵਾਨ ਸਾਡਾ ਕੁਝ ਵਿਗਾੜ ਸਕੇਗਾ। ਔਰ ਇਹੋ ਜਿਹੀਆਂ ਗੱਲਾਂ ਅਗਰ ਮੰਗਾਂ ਸਰਕਾਰ ਨਹੀਂ ਮੰਨੇਗੀ ਤਾਂ ਆਖਰ ਨੂੰ ਫਿਰ ਦੇਸ਼ ਦੇ ਵਿੱਚ ਕ੍ਰਾਂਤੀ ਹੁੰਦੀ ਹੈ। ਔਰ ਹਿੰਦੁਸਤਾਨ ਦੀ ਕ੍ਰਾਂਤੀ ਇਸ ਗੱਲ ਦੀ ਸਬੂਤ ਹੈ ਕਿ ਅਸੀਂ ਵੋਟ ਦੇ ਰਾਹੀਂ ਸਰਕਾਰਾਂ ਬਦਲਦੇ ਹਾਂ, ਫਿਰ ਸਰਕਾਰ ਬਦਲੀ ਜਾਏਗੀ। ਜਨਤਾ ਤੁਹਾਨੂੰ ਲੱਗਦਾ ਨਹੀਂ ਦਿੱਲੀ ਦੀਆਂ ਬਰੂਹਾਂ ਤੇ ਕ੍ਰਾਂਤੀ ਆਲਰੇਡੀ ਸ਼ੁਰੂ ਹੋ ਚੁੱਕੀ ਹੈ? 7 ਮਹੀਨੇ ਹੋ ਚੁੱਕੇ ਨੇ ਜਿਹੜੇ ਕਿਸਾਨ ਬੈਠੇ ਹੋਏ ਨੇ ਉਹਨਾਂ ਨੇ ਤੁਸੀਂ ਕਹਿ ਲਓ ਵੀ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਦੁਨੀਆ ਦਾ ਇਤਿਹਾਸ ਹੈ ਜਿਸ ਵੀ ਦੇਸ਼ ਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਪੰਗਾ ਲਿਆ ਉਹ ਸਰਕਾਰ ਕਦੇ ਰਹੀ ਨਹੀਂ ਔਰ ਹਿੰਦੁਸਤਾਨ ਦੀ ਸਰਕਾਰ ਵੀ ਨਹੀਂ ਰਹੇਗੀ। ਇੱਕ ਕਿਸਾਨ ਅੰਦੋਲਨ ਇਸ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਗਾ। ਇਹ ਸਰਕਾਰ ਨੂੰ ਮੋਦੀ ਨੂੰ ਜਾਣਾ ਪਏਗਾ, ਕਿਉਂਕਿ ਜਦੋਂ ਕਹਿੰਦੇ ਨਾ ਅਸੀਂ ਅੰਨਦਾਤਾ ਕਹਿੰਦੇ ਹਾਂ, ਅੰਨਦਾਤਾ ਦਾ ਮਤਲਬ ਹੁੰਦਾ ਰੱਬ। ਜੇ ਦੇਸ਼ ਦੇ ਵਿੱਚ ਰੱਬ ਖੁਸ਼ ਨਹੀਂ ਤਾਂ ਜਨਤਾ ਤੇ ਸਰਕਾਰਾਂ ਕਿਵੇਂ ਚੱਲ ਸਕਦੀਆਂ? ਤੇ ਜਿਹੜਾ ਹੁਣ 26 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਵੀ ਇੱਕ ਮਾਰਚ ਕੱਢਿਆ ਗਿਆ ਸੀ ਕਿਸਾਨਾਂ ਵੱਲੋਂ, ਕਿਉਂਕਿ ਮੈਮੋਰੈਂਡਮ ਦੇਣਾ ਸੀ ਰਾਜਪਾਲ ਸਾਹਿਬ ਨੂੰ, ਤੇ ਪਰਚੇ ਦਰਜ ਕੀਤੇ ਗਏ ਨੇ। ਪਰਚੇ ਦਰਜ ਹੋਏ ਨੇ ਅਲੱਗ-ਅਲੱਗ ਧਾਰਾਵਾਂ ਦੇ ਤਹਿਤ। ਜਸ ਬਾਜਵਾ ਤੇ ਵੀ ਲੱਖਾ ਸਿਧਾਣਾ, ਬਲਦੇਵ ਸਿੰਘ ਸਿਰਸਾ ਤੇ ਹੋਇਆ ਹੈ, ਕਈਆਂ ਤੇ ਪਰਚੇ ਦਰਜ ਹੋਏ ਨੇ। ਤੁਹਾਨੂੰ ਲੱਗਦਾ ਹੈ ਵੀ ਇਹ ਠੀਕ ਹੈ?
ਸਰਕਾਰ ਕੋਲ ਹੁਣ ਹੈ ਹੀ ਕੁਝ ਨਹੀਂ ਬਚਿਆ ਹੋਰ ਸਵਾਏ ਪਰਚੇ ਦਰਜ ਕਰਨ ਦੇ। ਇਹ 2014 ਤੋਂ ਜਿੱਦਣ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਪਰਚਿਆਂ ਦੀ ਸਰਕਾਰ ਹੈ। ਇਹਨਾਂ ਨੇ ਹਰ ਵਿਪਕਸ਼ੀ ਲੀਡਰ ਦੇ ਖਿਲਾਫ, ਕਿਸੇ ਦੇ ਖਿਲਾਫ ਈਡੀ ਦਾ ਇਸਤੇਮਾਲ ਕੀਤਾ, ਕਿਸੇ ਦੇ ਖਿਲਾਫ ਈਡੀ ਦਾ ਤੇ ਕਿਸੇ ਦੇ ਖਿਲਾਫ ਇਨਕਮ ਟੈਕਸ ਦਾ, ਕਿਸੇ ਦੇ ਖਿਲਾਫ ਸੀਬੀਆਈ ਦਾ, ਹਰ ਪਰੇਸ਼ਾਨ ਕਰਦੇ ਰਹੇ। ਜਦ ਇਹਨਾਂ ਦਾ ਉੱਥੋਂ ਦਿਲ ਨਹੀਂ ਭਰਿਆ ਫਿਰ ਇਹ ਐਜੀਟੇਸ਼ਨਾਂ ਤੇ ਆ ਗਏ। ਕਿਸਾਨਾਂ ਦੇ ਖਿਲਾਫ ਜਿੱਥੇ ਪਰਚੇ ਹਰਿਆਣਾ ਸਰਕਾਰ ਦੇ ਖਿਲਾਫ ਹੋਣੇ ਚਾਹੀਦੇ ਸੀ, ਜਿੱਥੇ ਕਿਸਾਨਾਂ ਨੂੰ ਕੁੱਟਿਆ ਗਿਆ, ਸੜਕਾਂ ਦੇ ਵਿੱਚ ਖੋਦ ਕੇ ਉਹਨਾਂ ਦੇ ਟਰੈਕਟਰ ਤੋੜਤੇ ਗਏ, ਪਰਚੇ ਕਿਹਦੇ ਖਿਲਾਫ ਹੋ ਰਹੇ? ਕਿਸਾਨਾਂ ਦੇ। ਚੰਡੀਗੜ੍ਹ ਦੇ ਵਿੱਚ ਥੋੜੀ ਮਿਸਾਲ ਹੈ, ਪਿਛਲੇ ਦਿਨੇ ਅਸੀਂ ਛੋਟਾ ਜਿਹਾ ਪ੍ਰੋਟੈਸਟ ਕੀਤਾ ਪੈਟਰੋਲ ਪੰਪ ਤੇ ਤੇਲ ਦੇ ਖਿਲਾਫ, ਮੇਰੇ ਤੇ 5 FIR ਕਰਤੀਆਂ। ਇਹ ਤਾਂ ਸਰਕਾਰ ਡਰੀ ਹੋਈ ਹੈ, ਘਬਰਾਹਟ ਦੇ ਵਿੱਚ ਇਹੋ ਜਿਹੇ ਕੰਮ ਹੁੰਦੇ ਆ ਔਰ ਇਹ ਨਿਸ਼ਾਨੀ ਹੁੰਦੀ ਹੈ ਕਿ ਹੁਣ ਸਰਕਾਰ ਦੇ ਜਾਣ ਦਾ ਟਾਈਮ ਆ ਗਿਆ। ਤੁਸੀਂ ਕਿ 5 ਪਰਚੇ ਤੁਹਾਡੇ ਖਿਲਾਫ ਕੀਤੇ ਨੇ, ਚਾਵਲਾ ਸਾਹਿਬ ਫੇਰ ਨਹੀਂ ਹਟਦੇ। ਦੇਖੋ ਅਸੀਂ ਤਾਂ ਕਹਿੰਦੇ ਨਾ ਜਦ ਸਿਰ ਤੇ ਕਫਨ ਬੰਨ੍ਹ ਹੀ ਲਿਆ, ਜਦ ਰਾਜਨੀਤੀ 'ਚ ਆ ਹੀ ਗਏ, ਇਹਨਾਂ ਕਫਨਾਂ ਤੋਂ ਇਹਨਾਂ ਪਰਚਿਆਂ ਤੋਂ ਕੀ ਡਰਨਾ। ਠੀਕ ਹੈ, ਜਨਤਾ ਦੇ ਲਈ ਆ। ਦੁੱਖ ਇਸ ਗੱਲ ਦਾ ਹੁੰਦਾ ਕਿ ਮੇਰੇ ਨਾਲ ਆਮ ਜਨਤਾ ਦੇ ਉੱਤੇ ਵੀ ਪਰਚੇ ਦਰਜ ਕਰਤੇ। ਜਿਹੜੇ ਲੋਕ ਉੱਥੇ ਸਾਡੇ ਨੂੰ ਜੁਆਇਨ ਕਰ ਰਹੇ ਸੀ ਉਹਨਾਂ ਦਾ ਵੀ ਨਾਂ ਦੇਤਾ। ਇਸੇ ਕਰਕੇ ਅੱਜ ਇਹਨਾਂ ਨੂੰ ਕਿਹਾ ਵੀ ਘੱਟ ਨੰਬਰ 'ਚ ਰਹੋ, ਕਿਉਂਕਿ ਐਜੀਟੇਸ਼ਨ ਅਸੀਂ ਲੰਬੀ ਚਲਾਉਣੀ ਹੈ। 7 ਤਰੀਕ ਤੋਂ ਲੈ ਕੇ 17 ਤਰੀਕ ਪੂਰੇ ਚੰਡੀਗੜ੍ਹ ਸ਼ੁਰੂ ਕਰ ਰਹੇ ਹਾਂ ਇੱਦਾਂ ਦਾ। ਪਰ ਜੇ ਇਹੋ ਜਿਹੇ ਪਰਚੇ ਕਰਨ ਲੱਗ ਜੇ ਥੋੜ੍ਹਾ ਜਿਹਾ ਫਿਰ ਲੋਕਾਂ 'ਚ ਡਰ ਵੀ ਪੈਂਦਾ ਹੈ ਆਮ ਜਨਤਾ 'ਚ। ਇਸ ਕਰਕੇ ਕੋਵਿਡ ਗਾਈਡਲਾਈਨ ਨੂੰ ਫੋਲੋ ਕਰਦੇ ਹੋਏ ਇਸ ਸਰਕਾਰ ਨੂੰ ਹਿਲਾ ਕੇ ਛੱਡਾਂਗੇ। ਬਿਲਕੁਲ, ਸਰਕਾਰ ਕਿਤੇ ਨਾ ਕਿਤੇ ਹਿੱਲੀ ਹੋਈ ਨਜ਼ਰ ਆ ਵੀ ਰਹੀ ਹੈ। ਨੌਜਵਾਨਾਂ ਕੋਲੋਂ ਵੀ ਪੁੱਛਾਂਗੇ, ਇੱਕ ਉਹਨਾਂ ਦਾ ਵਿਚਾਰ ਜ਼ਰੂਰ ਲਵਾਂਗੇ ਵਧੀਆਂ ਹੋਈਆਂ ਤੇਲ ਦੀਆਂ ਕੀਮਤਾਂ ਤੇ ਕੀ ਕਹਿਣਾ ਚਾਹੋ। देखिए जी, अगर ये सरकार बड़े बड़े उद्योगपतियों को लोन दे सकती है तो वाई नॉट नौजवानों को, लोगों को नहीं दे सकती। जब पेट्रोल जैसे कि कार लोन दिया जाता है, अलग अलग तरह के लोन दिए जाते हैं, तो वैसे ही पेट्रोल डीजल का लोन दे दें। जब 2 करोड़ नौकरी जो उन्होंने प्रॉमिस की थी हमें मिल जाएंगी, पैसे होंगे जेब में, वापस कर देंगे। इनको घबराने की ज़रूरत नहीं है। हम कोई ललित मोदी, मेहुल चोकसी की तरह भागने तो नहीं लगे। लेकिन एक बात का भी अफसोस है कि जब हम कोई भी पेट्रोल पंप पर पेट्रोल डीजल डलवाने जाते हैं तो एक आदमी की फ़ोटो लगी होती है और वो देखकर हमें हंस रहा होता है। और वो इसलिए हंस रहा होता है कि वो हमारी जेब को कटता हुआ देखकर हंस रहा होता है। लेकिन कब तक? हमारा सवाल यही है। ਇੱਕ ਨਾਲ ਹੋਰ ਪੋਸਟਰ ਫੜਿਆ ਹੋਇਆ ਹੈ, ਮੋਦੀ ਮੰਤਰ ਲਿਖਿਆ ਇਹਨਾਂ ਨੇ, ਕਿਹਾ ਹੈ ਕਿ ਪੈਟਰੋਲ ਡੀਜ਼ਲ के दाम निरंतर बढ़ाए जाओ, आपदा में जनता को लूट कर खाए जाओ। ਵਾਕਈ ਜੀ ਮੋਦੀ ਸਰਕਾਰ ਨੇ ਕੋਈ ਹਥਕੰਡਾ ਨਹੀਂ ਛੱਡਿਆ ਹੈਗਾ ਜਿਹਦੇ ਨਾਲ ਗਰੀਬ ਬੰਦੇ ਨੂੰ ਲੁੱਟ ਕੇ ਨਾ ਖਾ ਕੇ ਹੋਣ। ਭਾਵੇਂ ਉਹ ਤੇਲ ਦੀਆਂ ਕੀਮਤਾਂ ਹੋਣ, ਪੈਟਰੋਲ ਡੀਜ਼ਲ ਹੋ ਗਿਆ, ਸਰੋਂ ਦਾ ਤੇਲ ਹੋ ਗਿਆ, ਦਾਲਾਂ ਹੋ ਗਈਆਂ, ਜਾਂ ਫਿਰ ਕਿਸਾਨੀ ਮੁੱਦਾ ਹੀ ਹੋ ਗਿਆ। ਆਮ ਬੰਦੇ ਦਾ ਹੁਣ ਕੋਈ ਨਾ ਰੋਜ਼ਗਾਰ ਹੈ ਜੀ ਯੁਵਾ ਦੇ ਕੋਲ। ਜੇ ਰੋਜ਼ਗਾਰ ਨਹੀਂ ਹੈਗਾ ਤਾਂ ਜੀ ਉਹ ਕਿੱਥੋਂ ਤੇਲ ਲਊਗਾ ਤੇ ਕਿੱਥੋਂ ਸਰੋਂ ਦਾ ਤੇਲ ਤੇ ਕਿੱਥੋਂ ਦਾਲਾਂ, ਕਿੱਥੋਂ ਰੋਟੀ ਖਾਊਗਾ ਜੀ। ਤੁਸੀਂ ਆਪ ਦੇਖੋ ਜੀ। ਤਾਂ ਲੁੱਟ ਕੇ ਖਾਣ ਲਈ ਤਾਂ ਉਹਨਾਂ ਨੇ ਕੁਝ ਛੱਡਿਆ ਹੀ ਨਹੀਂ ਹੈਗਾ। ਕਹਿੰਦੇ ਨੇ ਲੁੱਟ ਕੇ ਵੀ ਉਹਨੂੰ ਹੀ ਖਾਇਆ ਜਾਂਦਾ ਜਿਹਦੇ ਕੋਲ ਕੁਝ ਹੋਵੇ। ਉਹਨਾਂ ਨੇ ਤਾਂ ਉਹ ਤੱਕ ਨਹੀਂ ਛੱਡਿਆ ਜੀ ਸਾਡੇ। ਬਿਲਕੁਲ ਹਾਲਤ ਵਾਕਈ ਬੜੀ ਮੰਦੀ ਹੈ। ਸਾਡੇ ਨਾਲ ਹੋਰ ਵੀ ਖੜੇ ਨੇ। ਰੋਲ ਬੈਕ ਪ੍ਰਾਈਸ ਹਾਈਕ ਆਫ ਪੈਟਰੋਲ ਐਂਡ ਡੀਜ਼ਲ, ਲੋਨ ਤੁਸੀਂ ਵੀ ਮੰਗ ਰਹੇ ਹੋ ਵੀ ਤੁਹਾਨੂੰ ਵੀ ਲੋਨ ਦਿੱਤਾ ਜਾਵੇ? ਨਹੀਂ ਬਿਲਕੁਲ ਸਰ, ਅਸੀਂ ਵੀ ਬੇਰੋਜ਼ਗਾਰ ਹੁਣ ਇੰਨੇ ਲੋਨ ਪੈਟਰੋਲ ਡੀਜ਼ਲ ਦੇ ਤੇਲ ਵਧਾਤੇ ਨੇ ਕਿ ਹਰ ਇੱਕ ਬੰਦੇ ਨੂੰ, ਮੈਨੂੰ ਨਹੀਂ ਹਰ ਇੱਕ ਬੰਦੇ ਨੂੰ ਅੱਜ ਲੋਨ ਦੀ ਜ਼ਰੂਰਤ ਹੈਗੀ ਹੈ। ਤੁਹਾਡਾ 2 ਕਰੋੜ ਨੌਕਰੀਆਂ ਵਾਲੇ 'ਚ ਕਿਤੇ ਨੰਬਰ ਨਹੀਂ ਲੱਗਿਆ ਤੁਹਾਡਾ? ਸਰ ਮੇਰਾ ਤਾਂ ਇਹ ਕਿਸੇ ਇੱਕ ਬੰਦੇ ਦਾ ਜੇ ਨੰਬਰ ਲੱਗਿਆ ਹੋਇਆ ਪੂਰੇ ਦੇਸ਼ ਦੇ ਵਿੱਚ ਤਾਂ ਤੁਸੀਂ ਦੱਸੋ। ਇਹ ਸਿਰਫ ਇੱਕ ਜੁਮਲਿਆਂ ਦੀ ਸਰਕਾਰ ਹੈ। ਇਹ ਜੁਮਲੇ ਦੇਣੇ ਜਾਣਦੀ ਹੈ ਤੇ ਉਹ ਦੇ ਰਹੀ ਹੈ। ਜੁਮਲਿਆਂ ਦੀ ਸਰਕਾਰ ਹੈ, ਜੁਮਲਾ ਦੇਣਾ ਜਾਣਦੀ ਹੈ। ਭਾਜੀ ਨੇ ਤਾਂ ਇਕੱਠੇ 5-7 ਚੱਕੇ ਹੋਏ ਨੇ, ਮੇਰੇ ਖਿਆਲ ਸਾਥੀਆਂ ਦੇ ਵੀ ਇਹਨਾਂ ਨੇ ਫੜ ਲਿਆ ਬੋਰਡ। ਭਾਜੀ ਬੜਾ ਪਿਆਰ ਲੱਗਦਾ ਤੁਹਾਨੂੰ? हाँ जी, ਪਿਆਰ ਜ਼ਿਆਦਾ ਹੀ ਲੱਗਦਾ। ਮੈਂ हाँ जी, हमने ये चाहते हैं कि भी जो पेट्रोल महंगे जो इतना हो गया है, आम जनता के पास ऐसे ही ना काम है, ना रोज़गार है, ना बेरोज़गार है। गवर्नमेंट हर चीज़ का लोन देती है, बाइक का, गाड़ी का, कार का। हम चाहते हैं कि अब लोगों के पास रोज़गार है नहीं, कोरोना से लोग बेरोज़गार हो चुके हैं, तो कोई ना कोई ऐसी बनानी चाहिए इनको भी सिस्टम की हमें भी पैसे अपना पेट्रोल भरवाएं और हम महीनों में किस्तों के हिसाब से दें। और मेरे बड़े भाई शंकी जी ने बता ही दिया है कि हम न्यूल मोदी है नहीं कि जो ललित मोदी का हम भाग जाएंगे, पैसे नहीं देंगे। जब हमें नौकरियां और 15-15 लाख हमारे अकाउंट में आ जाएंगे तो हम अपना पैसा सारा वापस कर देंगे। ਤਾਂ ਲੋਨ ਵੀ ਤੁਹਾਡਾ ਮੋੜ ਦਾਂਗੇ ਮੋਦੀ ਸਾਹਿਬ। ਜਦੋਂ ਤੁਹਾਡੇ 15 ਲੱਖ ਰੁਪਏ ਅਕਾਊਂਟਾਂ 'ਚ ਆਏ ਤਾਂ ਨੌਜਵਾਨ ਕਹਿੰਦੇ ਨੇ ਸਾਨੂੰ ਤੇਲ ਦੇ ਦਿੱਤਾ ਹੋਇਆ ਲੋਨ ਤੁਹਾਨੂੰ ਸਾਰਾ ਮੋੜ ਦਾਂਗੇ। ਪਰ ਜਿੱਦਾਂ ਦੇ ਹਾਲਾਤ ਬਣੇ ਹੋਏ ਨੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ, ਇੰਜ ਜਾਪਦਾ ਹੈ ਕਿ ਜਿਵੇਂ दारू ਦੇ ਠੇਕੇ ਤੇ ਅਧੀਆ ਜਾਂ ਪਊਆ ਵਿਕਦਾ ਹੈ, ਹੁਣ ਤੇਲ ਦੇ ਵੀ ਠੇਕੇ ਖੋਲ੍ਹਣੇ ਪੈਣਗੇ ਜਾਂ ਫਿਰ ਸੁਨਿਆਰੇ ਦੀ ਦੁਕਾਨਾਂ ਤੇ ਜਿਵੇਂ ਤੁਸੀਂ ਕਹਿ ਲਓ ਤੋਲਿਆਂ ਦੇ ਹਿਸਾਬ ਨਾਲ ਸੋਨਾ ਵਿਕਦਾ ਹੈ, ਤੇਲ ਦਾ ਵੀ ਉਹੀ ਹਿਸਾਬ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਹੈ। ਪਰ ਕੀ ਸਰਕਾਰ ਲੋਕਾਂ ਦਾ ਹੀ ਤੇਲ ਕੱਢੇਗੀ ਜਾਂ ਤੇਲ ਦੀਆਂ ਕੀਮਤਾਂ ਨੂੰ ਘਟਾਵੇਗੀ ਵੀ? ਇਹ ਬੜਾ ਵੱਡਾ ਸਵਾਲ ਹੈ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।